ਅੱਜ ਪੰਜਾਬ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਾਈਫ ਸੁਨੀਤਾ ਕੇਜਰੀਵਾਲ ਔਰ ਉਹਨਾਂ ਦੀ ਬੇਟੀ ਉਹ ਆ ਰਹੇ ਨੇ। ਮੈਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਸਪਾ ਵੱਲੋਂ ਤਹਿ ਦਿਲੋਂ ਉਹਨਾਂ ਦਾ ਸਵਾਗਤ ਕਰਦਾ। ਲੇਕਿਨ ਮੈਂ ਇਹ ਵੀ ਕਹਿਣਾ ਕਿ ਤੁਸੀਂ ਬਤੌਰ ਮਹਿਮਾਨ ਆਏ ਹੋ ਤਾਂ ਜੀ ਸਦਕੇ ਅੱਖਾਂ ਵਿਛਾਵਾਂਗੇ, ਲੇਕਿਨ ਜੇ ਤੁਸੀਂ ਸਿਆਸੀ ਤੌਰ 'ਤੇ ਆਏ ਹੋ ਤਾਂ ਫਿਰ ਤੁਹਾਨੂੰ ਸਿਆਸੀ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਆ। ਸਿਆਸੀ ਸਵਾਲ ਜਿਹੜੇ ਮੈਂ ਕਰ ਰਿਹਾ ਉਹ ਇਹ ਨੇ ਸ਼੍ਰੋਮਣੀ ਅਕਾਲੀ ਦਲ ਬਸਪਾ ਵੱਲੋਂ। ਸਾਡੇ ਸਵਾਲ ਇਹ ਨੇ ਕਿ ਤੁਸੀਂ ਪੰਜਾਬ ਤੋਂ ਮੌਕਾ ਮੰਗਣ ਆਏ ਹੋ, ਲੇਕਿਨ ਪੰਜਾਬੀਆਂ ਨੂੰ ਦਿੱਲੀ 'ਚ ਕਿਹੜੇ ਮੌਕੇ ਦਿੱਤੇ ਆ ਤੇ ਮੌਕੇ ਜਿਹੜੇ ਦਿੱਤੇ ਸੀ ਉਹ ਬੰਦ ਕਿਉਂ ਕਰਤੇ ਆ। ਮੈਂ 3-4 ਸਵਾਲ ਉਹਨਾਂ ਨੂੰ ਕੀਤੇ ਨੇ ਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਆਬਾਦੀ ਪੰਜਾਬ ਤੋਂ ਬਾਹਰ ਜੇ ਕਿਤੇ ਹੈ ਤਾਂ ਦਿੱਲੀ ਵਿੱਚ ਹੈ, ਲੇਕਿਨ ਦਿੱਲੀ ਵਿੱਚ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਵੀ ਪੰਜਾਬੀ ਕਿਉਂ ਨਹੀਂ ਹੈ। ਮੈਂ ਸਿਰਫ ਸਿੱਖ ਦੀ ਗੱਲ ਨਹੀਂ ਕਰ ਰਿਹਾ, ਇੱਕ ਵੀ ਪੰਜਾਬੀ ਮੂਲ ਦਾ ਵਿਅਕਤੀ ਕਿਉਂ ਨਹੀਂ ਹੈ। ਦੂਸਰੀ ਗੱਲ, ਦਿੱਲੀ ਦੇ ਕਿਸੇ ਵੀ ਕਾਰਪੋਰੇਸ਼ਨ ਬੋਰਡ ਦੇ ਕਿਸੇ ਵੀ ਚੇਅਰਮੈਨ ਡਾਇਰੈਕਟਰ ਕੋਈ ਵੀ ਪੰਜਾਬੀ ਕਿਉਂ ਨਹੀਂ ਹੈ। ਤੀਜੀ ਗੱਲ, ਦਿੱਲੀ ਦੇ ਵਿੱਚ ਜਿਹੜੇ ਉਹਨਾਂ ਦੇ ਬੋਰਡ ਦੇ ਸਕੂਲ ਹੈ ਉੱਥੇ ਸ਼ੁਰੂ ਤੋਂ ਦਿੱਲੀ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਹੈ ਉਹ ਸੈਕੰਡ ਲੈਂਗੁਏਜ ਹੈ, ਦੂਜੀ ਭਾਸ਼ਾ ਹੈ, ਉਹ ਕੇਜਰੀਵਾਲ ਨੇ ਬੰਦ ਕਿਉਂ ਕਰ ਦਿੱਤੀ ਹੈ। ਔਰ ਇਹ ਮੈਂ ਇਹਨਾਂ ਨੂੰ ਸਬੂਤ ਦੇ ਰਿਹਾ ਹਾਂ ਕਿ ਦਿੱਲੀ ਦੇ ਸਕੂਲਾਂ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਬੰਦ ਕਰ ਦਿੱਤੀ ਗਈ ਹੈ। ਫਿਰ ਜਿਹੜਾ ਤੁਸੀਂ ਇਹ ਪਖੰਡ ਕਰ ਰਹੇ ਹੋ ਕਿ ਅਸੀਂ ਟੀਚਰ ਰੱਖ ਰਹੇ ਹਾਂ ਪੰਜਾਬੀ ਦੇ, ਉਹ ਟੀਚਰ ਕਿਹਦੇ ਵਾਸਤੇ ਰੱਖ ਰਹੇ ਹੋ ਜੇ ਤੁਸੀਂ ਵਿਦਿਆਰਥੀ ਨਹੀਂ ਲੈਣੇ ਹੈ ਤਾਂ ਉਹ ਤਾਂ ਤੁਸੀਂ ਰੱਖਣੇ ਨਹੀਂ ਹੈ, ਬਿਕੋਜ਼ ਦੀ ਬਜਟ ਵੀ ਨਹੀਂ ਪ੍ਰੋਵਾਈਡ ਕੀਤਾ। ਅੱਗੇ ਮੈਂ ਪੁੱਛਦਾ ਇਹਨਾਂ ਨੂੰ ਕਿ ਜਿਹੜੀ ਪੰਜਾਬੀ ਅਕੈਡਮੀ ਉੱਥੇ ਬਣੀ ਹੋਈ ਹੈ ਉਹਦੇ ਵਿੱਚ ਜਿਹੜੇ ਚੇਅਰਮੈਨ ਰਹਿੰਦੇ ਨੇ, ਜਿਵੇਂ ਪੰਜਾਬ ਦੇ ਵਿੱਚ ਸੁਰਜੀਤ ਪਾਤਰ ਆ ਜਾਂ ਦਿੱਲੀ ਵਿੱਚ ਜਿਹੜੇ ਮਰਹੂਮ ਅੰਮ੍ਰਿਤਾ ਪ੍ਰੀਤਮ ਜੀ ਸੀਗੇ, ਉਸ ਲੈਵਲ ਦੇ ਬੰਦੇ ਹੁੰਦੇ ਆ ਕਿ ਵੱਡੇ ਵੱਡੇ ਕਲਾਕਾਰਾਂ ਨਾਲ ਉਹਨਾਂ ਨੇ ਡੀਲ ਕਰਨਾ ਹੁੰਦਾ। ਇਹਨਾਂ ਨੇ ਉੱਥੇ ਇੱਕ ਕੈਸ਼ੀਅਰ ਕਮ ਕਲਰਕ ਨੂੰ ਉਹਦਾ ਚੇਅਰਮੈਨ ਬਣਾਇਆ। ਚਲੋ ਮੈਂ ਉਹ ਵੀ ਮੰਨ ਲੈਣਾ, ਲੇਕਿਨ ਉਹ ਹੈ ਕੌਣ? ਉਹ ਨਾ ਪੰਜਾਬੀ ਹੈ, ਨਾ ਉਹਨੂੰ ਪੰਜਾਬੀ ਬੋਲਣੀ ਆਉਂਦੀ ਹੈ, ਨਾ ਉਹ ਪੰਜਾਬੀ ਲਿਖ ਸਕਦਾ, ਨਾ ਪੰਜਾਬੀ ਪੜ੍ਹ ਸਕਦਾ। ਕੀ ਮਜਬੂਰੀ ਹੋ ਗਈ ਕਿ ਪੰਜਾਬੀ ਅਕੈਡਮੀ ਦਾ ਵੀ ਤੁਹਾਨੂੰ ਚੇਅਰਮੈਨ ਦਿੱਲੀ ਦੇ ਵਿੱਚ ਤੁਹਾਨੂੰ ਨਾਨ ਪੰਜਾਬੀ ਔਰ ਜਿਹਨੂੰ ਪੰਜਾਬੀ ਨਹੀਂ ਆਉਂਦੀ ਉਹਨੂੰ ਲਾਇਆ। ਫਿਰ ਮੈਂ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੇ ਕੇਸ 'ਤੇ ਗੱਲ ਕਰਦਾ ਕਿ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ 'ਤੇ ਤੁਹਾਡੇ ਪਤੀ ਦੇਵ ਨੇ, ਸੁਨੀਤਾ ਜੀ ਨੂੰ ਮੈਂ ਪੁੱਛ ਰਿਹਾ, ਤੁਹਾਡੇ ਪਤੀ ਦੇਵ ਨੇ ਇਹ ਝੂਠ ਕਿਉਂ ਬੋਲਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਦਿੱਲੀ ਸਰਕਾਰ ਨਾਲ ਕੋਈ ਸੰਬੰਧ ਨਹੀਂ, ਜਦ ਕਿ ਉਹਦਾ ਅਸਲੀਅਤ ਇਹ ਨਿਕਲੀ ਕਿ ਇੱਕ ਕਮੇਟੀ ਬਣਾਈ ਕੇਜਰੀਵਾਲ ਨੇ, 7 ਮੈਂਬਰੀ ਕਮੇਟੀ ਬਣਾਈ। 7 ਮੈਂਬਰੀ ਕਮੇਟੀ ਦੇ ਵਿੱਚ ਜਿਹੜਾ ਚੇਅਰਮੈਨ ਸੀ ਉਹ ਸਤਿੰਦਰ ਜੈਨ ਸੀ। ਸਤਿੰਦਰ ਜੈਨ ਇਹਨਾਂ ਦਾ ਗ੍ਰਹਿ ਮੰਤਰੀ ਹੈ। ਉਹਦਾ ਮੈਂਬਰ ਸੈਕਟਰੀ ਜਿਹੜਾ ਸੀਗਾ ਉਹ ਪ੍ਰਿੰਸੀਪਲ ਸੈਕਟਰੀ ਟੂ CM, ਮਤਲਬ ਕਿ ਕੇਜਰੀਵਾਲ ਦਾ ਪ੍ਰਿੰਸੀਪਲ ਸੈਕਟਰੀ, ਔਰ 3 ਮੈਂਬਰ ਹੋ ਜਾਣੇ, ਟੋਟਲ 5 ਮੈਂਬਰ। ਇੱਕ ਮੈਂਬਰ ਉਹਦਾ ਸੀਗਾ ਜੁਡੀਸ਼ਰੀ ਵਿੱਚੋਂ। ਜੁਡੀਸ਼ਰੀ ਦਾ ਜਿਹੜਾ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਸੀਗੀ ਕਿ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਸਿਹਤ ਔਰ ਪਲੱਸ ਉਹਨਾਂ ਦੀ ਸਜ਼ਾ ਪੂਰੀ ਹੋਣ ਕਰਕੇ ਉਹਨਾਂ ਨੂੰ ਰਿਹਾ ਕਰਤਾ ਜਾਵੇ। ਇਹਨਾਂ ਉੱਤੇ ਤੁਹਾਡੇ ਪਤੀ ਦੇਵ ਜੀ ਜਿਹੜੇ ਨੇ ਉਹ ਐਂਟੀ ਪੰਜਾਬ ਸਟੈਂਡ ਕਿਉਂ ਲਈ ਬੈਠੇ ਨੇ ਕਿ ਤੁਸੀਂ ਉਹਨਾਂ ਨੂੰ ਪੁੱਛ ਕੇ ਆਏ ਹੋ? ਤੀਜੀ ਗੱਲ, ਪੰਜਾਬ ਦੇ ਕਿਸਾਨਾਂ ਦਾ ਜਿਹੜਾ ਮੁੱਦਾ ਹੈ, ਪੰਜਾਬ ਦੇ ਕਿਸਾਨਾਂ ਦਾ ਪਰਾਲੀ ਦੇ ਮੁੱਦੇ 'ਤੇ ਤੁਸੀਂ ਸੁਪਰੀਮ ਕੋਰਟ 'ਚ ਕੇਸ ਪਾਇਆ ਹੋਇਆ ਕਿ ਜਿਹੜਾ ਬੰਦਾ ਇੱਕ ਪਰਾਲੀ ਸਾੜੇ ਉਹ ਇੱਕ ਵਾਰੀ ਦੀ ਸਜ਼ਾ 1 ਕਰੋੜ ਰੁਪਇਆ ਹੋਣੀ ਚਾਹੀਦੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਦਾ ਜਿੱਡਾ ਵੱਡਾ ਮਰਜ਼ੀ ਕਿਸਾਨ ਹੋਵੇ ਉਹਦੀ ਕਿਸੇ ਦੀ ਐਡੀ ਇਨਕਮ ਨਹੀਂ ਹੋ ਸਕਦੀ ਕਿ ਉਸ 10 ਸਾਲਾਂ 'ਚ ਵੀ 1 ਕਰੋੜ ਰੁਪਇਆ ਸੇਵ ਕਰ ਸਕੇ। ਲੇਕਿਨ ਤੁਸੀਂ ਐਡਾ ਵੱਡਾ ਕੇਸ ਪਾਇਆ ਹੋਇਆ, ਉਹਦੇ ਉੱਤੇ ਸੁਨੀਤਾ ਜੀ ਤੁਹਾਡਾ ਕੀ ਵਿਚਾਰ ਹੈ ਜਿਹੜਾ ਤੁਹਾਡੇ ਪਤੀ ਦੇਵ ਨੇ ਪਾਇਆ ਹੋਇਆ? ਪਾਣੀਆਂ ਉੱਤੇ ਤੁਹਾਡੇ ਪਤੀ ਦੇਵ ਕਹਿੰਦੇ ਆ ਕਿ ਜਿਹੜਾ ਹੈਗਾ ਉਹ ਦਿੱਲੀ ਦਾ ਹਿੱਸਾ ਦਿੱਲੀ ਨੂੰ, ਹਰਿਆਣੇ ਦਾ ਹਿੱਸਾ ਹਰਿਆਣੇ ਨੂੰ, ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹ ਜ਼ਮੀਨਾਂ ਹੀ ਵਾਪਸ ਕਰਤੀਆਂ ਹੋਈਆਂ ਜਿੱਥੇ SYL ਬਣਨੀ ਸੀਗੀ, ਉਹ ਕਿਸਾਨਾਂ ਨੂੰ ਵਾਪਸ ਕਰਤੀਆਂ। ਤੁਹਾਨੂੰ ਯਾਦ ਹੋਵੇ ਖਰੀਦ ਕੇ ਲਈਆਂ ਸੀਗੀਆਂ, ਮੁਫਤ ਵਾਪਸ ਕੀਤੀਆਂ ਸੀਗੀਆਂ। ਤਾਂ ਉਹਦਾ ਤਾਂ ਅਸੀਂ ਕਹਿੰਦੇ ਹੁੰਦੇ ਵੀ ਨਾ ਰਹੇ ਬਾਂਸ ਨਾ ਵਜੇ ਬੰਸਰੀ, ਉਹ SYL ਦਾ ਤਾਂ ਮੁੱਦਾ ਹੀ ਖਤਮ ਕਰ ਚੁੱਕੇ ਹਾਂ। ਤੁਸੀਂ SYL ਉੱਤੇ ਪੰਜਾਬ ਦੇ ਖਿਲਾਫ ਕੇਸ ਤੁਹਾਡੇ ਪਤੀ ਦੇਵ ਨੇ, ਕੇਜਰੀਵਾਲ ਨੇ ਪਾਇਆ ਹੋਇਆ। ਤੁਸੀਂ ਪੰਜਾਬ ਆ ਰਹੇ ਹੋ, ਪੰਜਾਬੀਆਂ ਨੂੰ ਦੱਸੋ ਤਾਂ ਸਹੀ ਤੁਹਾਡਾ ਕੀ ਸਟੈਂਡ ਆ ਰਹੇ ਉੱਤੇ। ਇੱਕ ਤਾਂ ਮੈਂ ਇਹ ਗੱਲ ਕੀਤੀ ਹੈ ਜੀ। ਦੂਜੀ ਮੈਂ ਗੱਲ ਇਹ ਕੀਤੀ ਹੈ ਕਿ ਪੰਜਾਬ 'ਚ 4 ਘੋੜੇ ਦੌੜ ਰਹੇ ਨੇ, 4 ਹੀ ਦਰਸ਼ਨੀ ਨੇ। ਉਹ ਕਿਹੜੇ ਨੇ? ਇੱਕ ਤਾਂ ਸਿੱਧੂ ਸਾਹਿਬ ਨੇ, ਉਹ ਤਾਂ ਖੈਰ ਕਹਿ ਚੁੱਕੇ ਨੇ ਕੋਈ ਜਾਂ ਸਿੱਧੂ ਜਾਂ ਰੇਤ ਮਾਫੀਆ। ਹੁਣ ਸਿੱਧੂ ਸਾਹਿਬ ਤਾਂ ਹੈ ਨਹੀਂ ਤਾਂ ਫਿਰ ਉਹ ਦਰਸ਼ਨੀ ਘੋੜੇ ਰਹਿ ਗਏ, ਰੇਤ ਮਾਫੀਆ ਅੱਗੇ ਆ ਗਿਆ। ਦੂਜੇ ਜਿਹੜੇ ਨੇ ਉਹ ਚੰਨੀ ਸਾਹਿਬ ਨੇ। ਚੰਨੀ ਸਾਹਿਬ ਨੂੰ ਜਿਹੜੀ ਉਸ ਦਿਨ ਲੁਧਿਆਣੇ ਮੀਟਿੰਗ ਹੋਈ ਆ ਉਹਦੇ 'ਚ ਬਿਲਕੁਲ ਕਲੀਅਰ ਰਿਪੋਰਟਸ ਆਈਆਂ ਨੇ, ਮੈਂ ਇਸ ਉੱਤੇ ਬਹਿਸ ਕਰਨ ਨੂੰ ਤਿਆਰ ਹਾਂ ਕਿ ਚੰਨੀ ਸਾਹਿਬ ਨੂੰ ਇਹਨਾਂ ਨੇ ਸਿਰਫ ਇਲੈਕਸ਼ਨ ਤੱਕ ਮੋਹਰੇ ਕੀਤਾ ਹੈ, ਇਹਨੂੰ ਯੂਜ਼ ਕਰ ਰਹੇ ਨੇ। ਔਰ ਜਿਸ ਤਰ੍ਹਾਂ ਸਾਰੀ ਦੁਨੀਆ ਨੇ ਦੇਖਿਆ ਹਾਈ ਕਮਾਂਡ ਦੀਆਂ ਲੱਤਾਂ ਕੰਬਦੀਆਂ ਨੇ ਸਿੱਧੂ ਦੇ ਸਾਹਮਣੇ, ਤਾਂ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਸਿੱਧੂ ਸਾਹਿਬ ਜਿਹੜੇ ਹਰੇਕ ਗੱਲ ਦੇ ਉੱਤੇ ਧਮਕੀ ਦਿੰਦੇ ਮੈਂ ਛੱਡ ਦਾਂਗਾ, ਜੇ ਤੁਸੀਂ ਉਹਨੂੰ ਕੱਲ੍ਹ ਉਹਨਾਂ ਨੂੰ ਚਿਹਰਾ ਨਹੀਂ ਬਣਾਉਂਦੇ ਇਹਨਾਂ ਇਲੈਕਸ਼ਨਾਂ ਤੋਂ ਬਾਅਦ, ਜਿਤਨਾ ਤਾਂ ਇਹਨਾਂ ਨੇ ਹੈ ਨਹੀਂ ਪਰ ਅਪੋਜੀਸ਼ਨ ਦਾ ਲੀਡਰ ਜਾਂ ਹੋਰ ਕੋਈ ਲੀਡਰ ਨਹੀਂ ਬਣਾਉਂਦੇ ਤਾਂ, ਔਰ ਚੰਨੀ ਸਾਹਿਬ ਤੋਂ ਉੱਪਰ ਤਾਂ ਮੈਂ ਗੱਲ ਪੂਰੀ ਕਰ ਲਾਂ ਤੇ ਇਹ ਜਿਹੜਾ ਇੱਕ ਇਹ ਮੁੱਦਾ ਹੈ, ਇਹ ਦੂਜੇ ਦਰਸ਼ਨੀ ਘੋੜੇ ਇਹ ਨੇ। ਤੀਜੇ ਦਰਸ਼ਨੀ ਘੋੜਾ ਭਗਵੰਤ ਮਾਨ ਆ ਜਿਹਦੀ ਲਗਾਮ ਕੇਜਰੀਵਾਲ ਦੇ ਹੱਥ ਆ। ਤੁਸੀਂ ਦੇਖਿਆ ਹੋਣਾ ਜਦੋਂ ਨਿਆਣਿਆਂ ਨੂੰ ਕੁੱਟ ਕੇ ਨਾਲ ਬਿਠਾਈਦਾ ਨਾ, ਬੀਬਾ ਬੱਚਾ ਬਣਾ ਕੇ ਇੱਦਾਂ ਨਾਲ ਬਿਠਾਲਦੇ ਨੇ। ਭਗਵੰਤ ਮਾਨ ਨਜ਼ਰ ਹੀ ਨਹੀਂ ਆਉਂਦਾ। ਮੈਂ ਕਿਉਂ ਕਹਿ ਰਿਹਾ, ਕਿਸੇ ਪੰਜਾਬੀ ਮੁੱਦੇ ਉੱਤੇ ਜਿਹੜੇ ਮੈਂ ਮੁੱਦੇ ਤੁਹਾਨੂੰ ਦੱਸਿਆ ਇਹਨਾਂ ਵਿੱਚੋਂ ਕਿਸੇ ਉੱਤੇ
ਭਗਵੰਤ ਮਾਨ ਨੂੰ ਪੁੱਛ ਲਓ। ਔਰ ਮੈਂ ਤੁਹਾਡੇ ਸਾਹਮਣੇ, ਤੁਸੀਂ ਨੈਸ਼ਨਲ ਚੈਨਲ ਦੇਖ ਰਹੇ ਹੋ, ਮੈਂ ਹਿੰਦੀ 'ਚ ਵੀ ਤੁਹਾਨੂੰ ਦੱਸ ਦੇਣਾ, ਸੋ ਦੈਟ ਦ ਨੈਸ਼ਨਲ ਆਡੀਅנס ਆਲਸੋ ਗੈਟਸ ਟੂ ਹੀਅਰ ਇਟ। I am challenging Bhagwant Mann, Kejriwal, Raghav Chadha, or any of their representatives to have a direct live debate with me on all these issues of his anti-Sikh and anti-Punjab stance. And secondly, I am also challenging him to prove that he is not a Darshini Koda, a demonstrative horse of the RSS and the corporate houses. ਉਹਦੇ ਮੈਂ ਸਬੂਤ ਦੇ ਰਿਹਾ। ਉਹ ਸਬੂਤ ਕੀ ਨੇ? that he has been a member of RSS ਦੀ ਜਿਹੜੀ ਉਹਨਾਂ ਦੀ ਸਵਦੇਸ਼ੀ ਜਾਗਰਣ ਮੰਚ ਹੈ, ਉਹਦਾ ਮੈਂਬਰ ਰਿਹਾ, ਉਹਨਾਂ ਦੀਆਂ ਮੀਟਿੰਗਾਂ ਅਟੈਂਡ ਕਰਦਾ ਰਿਹਾ, ਉੱਥੇ ਸਪੀਚਸ ਦਿੰਦਾ ਰਿਹਾ, ਚਲੋ ਦਿੰਦਾ ਰਹੇ। ਪਰ ਉਹ ਸਪੀਚਸ ਕੀ ਦਿੰਦਾ ਰਿਹਾ? ਉਹ ਇਹ ਦਿੰਦਾ ਰਿਹਾ ਕਿ ਮੇਰੀ ਔਰ RSS ਦੀ ਆਈਡੀਓਲੋਜੀ, ਵਿਚਾਰਧਾਰਾ ਇੱਕੋ ਹੀ ਹੈ। ਮੈਂ ਪੁੱਛਣਾ ਚਾਹੁੰਦਾ, ਨੰਬਰ 1, ਕੀ ਤੁਸੀਂ RSS ਦੀ ਆਈਡੀਓਲੋਜੀ ਨੂੰ ਇੱਕੋ ਹੀ ਕਹਿੰਦੇ ਹੋ? ਤਾਂ ਤੁਸੀਂ ਸਹਿਮਤ ਹੋ? ਇਹਦਾ ਮਤਲਬ ਚਲੋ ਇਹੀ ਦੱਸ ਦਿਓ ਉਹ ਆਈਡੀਓਲੋਜੀ ਹੈ ਕੀ ਪੰਜਾਬੀਆਂ ਨੂੰ ਮਨਜ਼ੂਰ ਹੈ। ਦੂਜੀ ਗੱਲ, ਗੋਬਿੰਦਚਾਰੀਆ ਜੀ ਇਹਨਾਂ ਦੇ RSS ਦੇ ਸਪੋਕਸਪਰਸਨ, ਪ੍ਰਿੰਸੀਪਲ ਸਪੋਕਸਪਰਸਨ ਰਹੇ ਨੇ। ਉਹ ਕਹਿੰਦੇ ਨੇ ਕਿ ਅਸੀਂ RSS ਦੀ ਆਈਡੀਓਲੋਜੀ ਨੂੰ ਕੇਜਰੀਵਾਲ ਦੇ ਥਰੂ ਲਾਗੂ ਕਰ ਰਹੇ ਹਾਂ। ਔਰ ਉਹ ਕੇਜਰੀਵਾਲ ਸਾਹਿਬ ਦੀ ਹਾਜ਼ਰੀ 'ਚ ਕਹਿ ਰਹੇ ਨੇ। ਕੇਜਰੀਵਾਲ ਸਾਹਿਬ ਉਹਦੇ ਵਰਡ ਯੂਜ਼ ਕਰਦੇ ਨੇ ਸਿਨਰਜੀ ਆਫ RSS ਐਂਡ ਕੇਜਰੀਵਾਲ। ਸਿਨਰਜੀ ਕੀ ਹੁੰਦੀ ਹੈ? ਆਪਾਂ ਸ਼ਕਤੀਆਂ ਇਕੱਠੀਆਂ ਕਰ ਲਈਏ ਆਪਣੀਆਂ। ਇਹ ਗੱਲਾਂ ਜਿਹੜੀਆਂ ਨੇ ਸਪਸ਼ਟਤਾ ਕਰ ਦਿਓ। ਮੈਂ ਨਹੀਂ ਕਹਿੰਦਾ ਚੰਗੀਆਂ ਕਿ ਮਾੜੀਆਂ, ਇਹ ਤਾਂ ਬਾਅਦ 'ਚ ਗੱਲ ਕਰ ਲਾਂਗੇ, ਲੇਕਿਨ ਤੁਸੀਂ ਸਪਸ਼ਟਤਾ ਕਰ ਦਿਓ। ਮੈਂ ਤਾਂ ਕਹਿ ਰਿਹਾ ਕਿ ਤੁਸੀਂ ਦਰਸ਼ਨੀ ਘੋੜੇ ਹੋ ਉਹਨਾਂ ਦੇ, ਕਾਰਪੋਰੇਟ ਹਾਊਸਿਸ ਦੇ, ਜਿਹੜੇ ਪੰਜਾਬ ਵਿੱਚ ਲੱਖਾਂ ਕਰੋੜਾਂ ਰੁਪਏ ਜਿਹੜੇ ਤੁਸੀਂ ਪਬਲਿਸਿਟੀ 'ਤੇ ਖਰਚ ਕਰ ਰਹੇ ਹੋ, ਕਿੱਥੋਂ ਆ ਰਹੇ ਨੇ? ਇਹ ਕਾਰਪੋਰੇਟ ਹਾਊਸਿਸ ਤੋਂ ਆ ਰਹੇ ਨੇ। ਕਾਰਪੋਰੇਟ ਹਾਊਸਿਸ ਦੇ ਕਹਿਣ ਦੇ ਉੱਤੇ ਇਹਨਾਂ ਨੇ ਦਿੱਲੀ ਦੀ ਟਰਾਂਸਪੋਰਟ ਪਾਲਿਸੀ ਇੱਦਾਂ ਦੀ ਕਰਤੀ ਹੈ ਕਿ DTC ਦਾ ਠੱਪ ਹੋ ਗਈ ਹੈ, ਔਰ ਉੱਥੇ ਊਬਰ ਓਲਾ ਦੀਆਂ ਟੈਕਸੀਆਂ ਚਲਾਤੀਆਂ ਇਹਨਾਂ ਨੇ। ਪਹਿਲਾਂ ਇਹਨਾਂ ਨੇ ਇਹ ਕੀਤਾ ਸੀਗਾ ਕਿ ਇੱਕ ਗੱਡੀ 'ਚ ਇੱਕੋ ਬੰਦਾ ਬੈਠੇ, ਉਹਦਾ ਮਤਲਬ ਇਹ ਹੈ ਜਿੰਨੇ ਜੇ 5 ਮੈਂਬਰ ਨੇ ਤਾਂ ਮਤਲਬ 5 ਨਹੀਂ ਤਾਂ ਘੱਟੋ ਘੱਟ 2-3 ਕਾਰਾਂ ਦਾ ਖਰੀਦ ਨਹੀਂ। ਉਹਦਾ ਫਾਇਦਾ ਕਿਹਨੂੰ ਹੋਣਾ ਸੀਗਾ? ਵੱਡੇ ਕਾਰ ਮੈਨੂਫੈਕਚਰਰਸ ਨੂੰ। ਇੱਥੇ ਆ ਕੇ ਕਹਿੰਦੇ ਨੇ ਕਿ ਅਸੀਂ ਸ਼ਰਾਬ ਜਿਹੜੀ ਹੈ ਉਹਨੂੰ ਕਰ ਦਾਂਗੇ, ਇੱਕ ਤਰ੍ਹਾਂ ਕਹਿ ਲਓ ਨੈਸ਼ਨਲਾਈਜ਼ ਕਰ ਦਾਂਗੇ, ਸਰਕਾਰੀ ਕਰ ਦਾਂਗੇ, ਸਰਕਾਰੀ ਠੇਕੇ ਹੋਇਆ ਕਰਨਗੇ, ਅਸੀਂ ਨੌਜਵਾਨਾਂ ਨੂੰ ਦੇ ਦਾਂਗੇ। ਦਿੱਲੀ ਵਿੱਚ ਕੀ ਹੈ? ਦਿੱਲੀ ਵਿੱਚ ਇਹਨਾਂ ਦੇ ਆਉਣ ਤੋਂ ਪਹਿਲਾਂ ਇੱਦਾਂ ਸੀ ਕਿ ਉਹ ਸਰਕਾਰੀ ਠੇਕੇ ਹੁੰਦੇ ਸੀਗੇ ਜਿਹੜੇ ਕਿ ਉੱਥੇ ਦਿੱਲੀ ਸਰਕਾਰ ਦੇ ਕੰਟਰੋਲ ਦੇ ਅੰਡਰ ਹੁੰਦੇ ਸੀ। ਇਹਨਾਂ ਨੇ ਆਏ ਕੀਤਾ, ਇਹਨਾਂ ਨੇ ਉਹਨੂੰ ਆ ਕੇ ਪ੍ਰਾਈਵੇਟਾਈਜ਼ ਕਰਤਾ। ਪ੍ਰਾਈਵੇਟਾਈਜ਼ ਕਰਕੇ ਜਿਹੜੇ ਲਿੱਕਰ ਮਾਫੀਆ ਦੀ ਗੱਲ ਕਰਦੇ ਆ, ਉਸੇ ਲਿੱਕਰ ਮਾਫੀਆ ਨੂੰ ਦੇਤੇ। ਹੋਇਆ ਕਿ ਉੱਥੇ ਮਹੱਲੇ ਦੇ ਵਿੱਚ ਠੇਕੇ ਖੁੱਲ੍ਹ ਗਏ। ਹੁਣ ਜਿਹੜਾ ਇੱਥੇ ਗੱਲ ਕਰਦਾ ਮਹੱਲਾ ਕਲੀਨਿਕਸ ਦੀ, ਉਹ ਉੱਥੇ ਅਸਲ ਦੇ ਵਿੱਚ ਮਹੱਲਾ ਠੇਕੇ ਹੈ। ਔਰ ਉਹਦਾ ਸਬੂਤ ਕੀ ਹੈ ਕਿ ਉੱਥੇ ਦੀਆਂ ਲੇਡੀਜ਼ ਜਿਹੜੀਆਂ ਨੇ, ਔਰ YouTube 'ਤੇ ਤੁਸੀਂ ਦੇਖ ਲਓ, ਉਹ ਸਿਆਪਾ ਕਰ ਰਹੀਆਂ ਨੇ ਕੇਜਰੀਵਾਲ ਦਾ ਕਿ ਤੂੰ ਸਾਡੇ ਘਰਾਂ ਦੇ ਸਾਹਮਣੇ ਖੋਲ੍ਹ ਦਿੱਤੇ ਆ ਠੇਕੇ, ਤੂੰ ਸਾਡਾ ਬਾਹਰ ਨਿਕਲਣਾ ਔਖਾ ਹੋਇਆ ਇੱਥੇ ਲੋਕੀ ਇੱਦਾਂ ਤੁਰੇ ਫਿਰਦੇ ਆ। ਇਹ ਸਾਰੇ ਸਵਾਲ ਨੇ ਜਿਹੜੇ ਮੈਂ ਸੁਨੀਤਾ ਜੀ ਨੂੰ ਬੜੇ ਆਦਰ ਸਤਿਕਾਰ ਨਾਲ ਕਹਿੰਦਾ, ਸਾਡੇ ਘਰ ਆਓ, ਵਿਨਰ ਜੀ ਦੇ ਘਰ ਆਓ, ਤੁਹਾਡਾ ਪੂਰਾ जो पंजाबी मेहमान नवाजी है वो होएगी। जो मेहमान के तौर पर आओ, मेहमान जो हमारा होता है वो जान से प्यारा होता है, लेकिन मेहमान दे, लेकिन अग लैन वाली घर वाली ना बनो। तो ये तुसीं गल छड्डो। इन्हां दे गल्लां दे सवालों के जवाब असीं सुनीता जी तो भी मंग रहे हैं, केजरीवाल साहब तो भी मंग रहे हैं, पर उन्होंने तो चलो बाहर लेने, उन्होंने तो कोई नहीं गिला सानूं। भगवंत मान जी इन्हां गल्लां ते चुप क्यों ने? ये मेरे सवाल ने। और मैं एक ओपनली चैलेंज फिर इन्होंने कह रहा कि जे अपने आप बहुत वड्डा समझते हैं तो कोई मेरे वर्गा छोटा इंसान नॉमीनेट कर देन, इन्हां गल्लां ते मेरे नाल लाइव डिबेट ते आ जाए और कह दे कि मैं गलत हाँ। मैं ये साबित कर चुका हाँ कि दविंदरपाल सिंह की जी रिहाई है वो इन्हां दे हुक्मां नाल रोकी गई है, और इन्हां दी कमेटी जी है उन्हें रोकी है। और उन्होंने क्या की गया? क्या ये गया कि दविंदरपाल सिंह भुल्लर एक ऐसा खतरनाक अतवादी है जिन्होंने छड्डता तो पंजाब च हिंदू सिख फसाद हो जाएंगे और देश की एकता अखंडता नूं अग लग जाएगी। इन्हां गल्लां उत्ते भगवंत मान जी का भी विचार यही है। बस ये मैं पूछना चाहना, इस करके मैं जिथे आया सी। थैंक यू। हाँ जी, सवाल ਬਰਾੜ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੇ ਗਠਬੰਧਨ ਸ਼੍ਰੋਮਣੀ ਅਕਾਲੀ ਦਲ ਤੇ ਗਠਬੰਧਨ ਨੇ ਪੰਜਾਬ ਦੇ ਕਿੰਨੀਆਂ ਸੀਟਾਂ ਤੱਕ? मैं सीट टू सीट देखा जी, कल्ली कल्ली सीट पे सारा पंजाब घूम के आई कैन कॉन्फिडेंटली क्लेम कि 81 सीट्स वो ने जिथे सानू कोई शक नहीं है कि साडा, क्योंकि इन्हां दा जो इन्हां वांगू गुवारे वाली गल नहीं मैं करदा भी 100 ਜਾਂ फलाना। 81 सीट्स ਦੇ ਉੱਤੇ ਅਕਾਲੀ ਦਲ इज सैट टू विन। ਅਸੀਂ ਤਾਂ ਹੀ ਪੰਜਾਬੀਆਂ ਨੂੰ ਵਾਰ-ਵਾਰ ਕਹਿ ਰਹੇ ਹਾਂ ਕਿ ਜਿੱਤ ਤਾਂ ਅਸੀਂ ਰਹੇ ਹਾਂ, ਲੇਕਿਨ ਗਿਵ ਅਸ ਅ ਸਟਰੋਂਗ ਮੈਜੋਰਿਟੀ ਸੋ ਦੈਟ ਜਿਹੜੀਆਂ ਅਸੀਂ ਦੇਸ਼ ਪੰਜਾਬ ਦੇ ਵਿੱਚ ਜਿਹੜਾ ਵੱਡੇ ਹੋਰ ਪ੍ਰੋਜੈਕਟ ਲਿਆਉਣਾ ਚਾਹੁੰਦੇ ਹਾਂ, ਵੱਡੀਆਂ ਤਬਦੀਲੀਆਂ ਲਿਆਉਣਾ ਚਾਹੁੰਦੇ, ਪਿੰਡਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇਣਾ ਚਾਹੁੰਦੇ ਗਰੀਬਾਂ ਨੂੰ, ਦਲਿਤ ਵੀਰਾਂ ਨੂੰ,
ਜੇ ਪਰਿਵਾਰਾਂ ਨੂੰ ਕਿ 2-2 ਏਕੜ ਦੀਆਂ ਕਿਤੇ ਉੱਥੇ ਰੂੜੀ ਔਰ ਆਪਣਾ ਹੋਰ ਇਸ ਤਰ੍ਹਾਂ ਜਿਹੜਾ ਉਹਨਾਂ ਨੂੰ ਡੰਗਰ ਬੰਨਣ ਵਾਸਤੇ ਜਾਂ ਹੋਰ ਇਸ ਤਰ੍ਹਾਂ ਉਹ ਜਗ੍ਹਾ ਦੇਵਾਂਗੇ, ਮਕਾਨ ਦੇਵਾਂਗੇ, ਜ਼ਮੀਨਾਂ ਸਰਕਾਰ ਖਰੀਦ ਕੇ ਦੇਗੀ ਜਾਂ ਜਿਹਦੇ ਵਾਸਤੇ ਇਹ ਸਾਰਾ ਕੁਛ ਹੈ, ਜਾਂ ਇਸ ਤਰ੍ਹਾਂ ਦੇ ਹੋਰ, ਜਾਂ ਅਸੀਂ ਹੋਰ ਵੱਡੇ ਪ੍ਰੋਜੈਕਟ ਜਿਹੜੇ ਅਸੀਂ ਮੈਨੀਫੈਸਟੋ 'ਚ ਦੱਸਾਂਗੇ, ਅੱਜ ਮੈਂ ਦੱਸਦਾ ਠੀਕ ਨਹੀਂ ਲੱਗਦਾ। ਤਾਂ ਉਹ ਸਾਰੀਆਂ ਗੱਲਾਂ ਵਾਸਤੇ ਵੀ ਨੀਡ ਅ ਸਟਰੋਂਗ ਮੈਜੋਰਿਟੀ ਜਿਹਦੇ ਕਿ ਆਪੋਜੀਸ਼ਨ ਕੋਈ ਚ ਰੁਕਾਵਟ ਨਾ ਪਾ ਸਕੇ। ਸਰ ਤੁਹਾਨੂੰ ਲੱਗਦਾ ਕਿ ਜੇ ਸੀਟਾਂ ਘਟਦੀਆਂ ਨੇ, ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਡਿਵੀਜ਼ਨ ਲੜ ਰਹੀਆਂ ਨੇ, ਬੀਜੇਪੀ ਨਾਲ ਬਾਅਦ ਦੇ ਵਿੱਚ ਗਠਬੰਧਨ ਹੋ ਸਕਦਾ ਹੈ? ਇੰਗਲਿਸ਼ ਕਹਿੰਦੇ ਹੁੰਦੇ ਆ ਫਾਰ ਬੀ ਇਟ ਫਰੋਮ ਮਾਈ ਥਾਟਸ। ਇਹ ਤਾਂ ਗੱਲ ਮੇਰੇ ਵਿਚਾਰਾਂ 'ਚ ਵੀ ਨਹੀਂ ਆ ਰਹੀ। 81 ਸੀਟਸ, ਮੈਂ ਕੋਈ ਹਵਾਈ ਗੱਲ ਨਹੀਂ ਕਰ ਰਿਹਾ, ਤੁਹਾਡੇ ਸਾਹਮਣੇ ਆਏਗੀ। 81 ਸੀਟਸ ਅਕਾਲੀ ਦਲ ਇਜ਼ ਸੈਟ ਟੂ ਵਿਨ। ਸਰ ਸਰਸਾ ਮੁਖੀ ਨੂੰ ਜ਼ਮਾਨਤ ਦਿੱਤੀ ਗਈ ਹੈ, ਪੋਲੀਟੀਕਲ ਇਸ਼ੂ ਉੱਠ ਰਹੇ ਨੇ ਵੀ। ਮੇਰਾ ਸਾਡਾ ਬੜਾ ਸਪਸ਼ਟ ਸਟੈਂਡ ਹੈ ਜੀ ਅਕਾਲੀ ਬਸਪਾ ਦੋਨਾਂ ਦਾ, ਕਿ ਜੇ ਦੇਸ਼ ਦੇ ਸੰਵਿਧਾਨ ਮੁਤਾਬਕ, ਕਾਨੂੰਨ ਮੁਤਾਬਕ ਇੱਕ ਬੰਦੇ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਬਾਕੀ ਸਾਰਿਆਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ। ਫਿਰ ਤੁਸੀਂ ਰਾਜੋਆਣਾ ਸਾਹਿਬ ਨੂੰ ਸਿਰਫ 3 ਘੰਟੇ ਦੀ ਪੈਰੋਲ ਕਿਉਂ ਦਿੱਤੀ? ਉਹਨਾਂ ਦੇ ਤਾਂ ਫਾਦਰ ਸਾਹਿਬ ਦੀ ਡੈਥ ਹੋਈ ਸੀਗੀ, ਉਹਨਾਂ ਨੂੰ ਤੁਸੀਂ 1-2 ਦਿਨ ਪਹਿਲਾਂ ਜਾਂ 2 ਦਿਨ ਉਹਨਾਂ ਦੇ ਬਾਹਰ ਉੱਥੇ ਕਰੇ ਅਫਸੋਸ ਕਰਨ ਆਉਂਦੇ ਆ ਬੰਦੇ। ਵੈਸੇ ਵੀ ਬੰਦਾ ਇਮੋਸ਼ਨਲੀ ਅਪਸੈਟ ਹੁੰਦਾ, ਫਾਦਰ ਔਰ ਮਦਰ ਦਾ ਕਿ ਤੁਹਾਨੂੰ ਪਤਾ ਇੱਕ ਕੀ ਹੁੰਦੀ ਹੈ। ਉਹਨਾਂ ਨੂੰ ਤੁਸੀਂ ਇੰਨੇ ਸਟ੍ਰਿਕਟ ਕਿਉਂ ਸਟੈਂਡਰਡਸ ਅਪਲਾਈ ਕਰਦੇ ਆ, ਇੱਥੇ ਇੰਨੇ ਲਿਬਰਲ ਕਿਉਂ ਆ? ਦੂਸਰਾ ਇਹ ਹੈ ਕਿ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਜਾਂ ਸਿੱਖ ਬੰਦੀਆਂ ਦਾ ਇਸ਼ੂ ਆ। ਅੱਛਾ, ਇਹ ਹੁਣ ਭਗਵੰਤ ਮਾਨ ਨੇ ਕਹਿਤਾ ਮੇਰੇ ਬਾਰੇ ਕਿ ਜੇ ਬੈਂਸ ਸਾਹਿਬ ਕਹਿੰਦੇ ਆ ਵੀ ਦਵਿੰਦਰਪਾਲ ਭੁੱਲਰ ਕਹਿੰਦੇ ਹੁਣ ਇਹਨਾਂ ਨੂੰ ਇਲੈਕਸ਼ਨਾਂ ਕਰਕੇ ਯਾਦ ਆ ਗਿਆ। ਮੈਂ ਬਰੀਫਲੀ ਤੁਹਾਨੂੰ ਦੱਸਦਾ, 7 ਡੈਲੀਗੇਸ਼ਨਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, 5 ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਚੀਫ ਮਿਨਿਸਟਰ, 2 ਡੈਲੀਗੇਸ਼ਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਤੌਰ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਰਾਸ਼ਟਰਪਤੀ ਕੋਲੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਕੋਲੇ ਲੀਡ ਕਰ ਚੁੱਕੇ ਆ ਪਿਛਲੇ 10 ਸਾਲਾਂ 'ਚ, ਜਦੋਂ ਕੋਈ ਇਲੈਕਸ਼ਨ ਨਹੀਂ ਸੀ ਹੋ ਰਹੀ ਉਸ ਵੇਲੇ। ਔਰ ਸਿੱਖ ਬੰਦੀਆਂ ਦੇ ਇਸ਼ੂ ਉੱਤੇ 11 ਲੈਟਰਸ ਪੰਜਾਬ ਸਰਕਾਰ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੂੰ ਫਰੋਮ ਟਾਈਮ ਟੂ ਟਾਈਮ ਐਜ਼ ਗਵਰਨਮੈਂਟ ਆਫ ਪੰਜਾਬ ਦੇ ਤੌਰ ਤੇ ਰਿਪਰੈਜ਼ੈਂਟੇਸ਼ਨ ਕੀਤੀਆਂ ਹੋਈਆਂ ਕਿ ਜਿਹੜੇ ਸਿੱਖ ਬੰਦੀਆਂ ਦੀ ਰਿਹਾਈ ਇੱਕ ਵਾਰੀ ਤੁਹਾਨੂੰ ਯਾਦ ਹੋਵੇ ਮੋਦੀ ਸਾਹਿਬ ਨੇ ਐਲਾਨ ਵੀ ਕਰਤਾ ਸੀਗਾ ਕਿ ਮੈਨੂੰ ਬਾਦਲ ਸਾਹਿਬ ਨੇ ਕਿਹਾ ਹੈਗਾ ਤੇ ਮੈਂ ਇੱਕ ਫੈਸਲਾ ਕਰ ਲਿਆ ਕਿ ਯਕਮੁਸ਼ਤ ਰਿਹਾਈ ਇਹਨਾਂ ਦੀ ਕਰ ਦਾਂਗੇ, ਲੇਕਿਨ ਹੋਈ ਨਹੀਂ। ਤੇ ਉਹ ਅਸੀਂ ਬੜੀ ਦੇਰ ਤੋਂ ਕਰਦੇ ਆ ਰਹੇ ਹਾਂ। ਸੋ ਇਲੈਕਸ਼ਨ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਸੋ ਇਹਨਾਂ ਸਾਰਿਆਂ ਮੁੱਦਿਆਂ ਉੱਤੇ ਮੈਂ ਭਗਵੰਤ ਮਾਨ ਜੀ ਦਾ ਵੀ ਸਟੈਂਡ ਜਾਣਨਾ ਚਾਹੁੰਦਾ, ਐਂਡ ਆਈ ਵਿਲਿੰਗ ਟੂ ਗੋ ਟੂ ਹਿਸ ਹਾਊਸ ਐਟ ਅ ਪਲੇਸ ਆਫ ਹਿਸ ਚੂਜ਼ਿੰਗ, ਐਟ ਦ ਟਾਈਮ ਆਫ ਹਿਸ ਚੂਜ਼ਿੰਗ, ਇਨ ਦ ਫਰੰਟ ਆਫ ਪੀਪਲ ਹੀ ਚੂਜ਼ਸ ਟੂ ਡਿਬੇਟ ਆਲ ਥੀਸ ਇਸ਼ੂਜ਼। ਜੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਆ ਤਾਂ ਕੋਈ ਛੋਟਾ ਬੰਦਾ ਨੋਮੀਨੇਟ ਕਰ ਦੇਣ, ਜਿੰਨਾ ਮੈਂ ਗੱਲਾਂ ਕਰਨ ਨੂੰ ਤਿਆਰ ਹਾਂ। प्रॉपर्टी बेचने और खरीदने के लिए संपर्क करें फेयर डील प्रॉपर्टीज।